ਇਸ ਪਾਵਨ ਸ਼ਬਦ ਦੀ ਵਿਚਾਰ ਡਾਕਟਰ ਕਰਨਦੀਪ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਬੇਸੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਚਵਰ ਛਤਰ ਤਖਤ ਦੇ ਮਾਲਿਕ, ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਦੋ ਜਹਾਨੇ ਵਾਲੀ, ਸ਼ਬਦ ਗੁਰੂ ਅਵਤਾਰ, ਧੰਨ 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 ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ, ਗੁਰੂ ਦੁਲਾਰੀ, ਗੁਰੂ ਸਵਾਰੀ, ਗੁਰੂ ਨਿਆਰੀ, ਗੁਰੂ ਰੂਪ ਸਾਧ ਸੰਗਤ ਜੀ। ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨੇ ਓਟਿਓ ਕੇ ਓਟ ਸਤਿਗੁਰੂ, ਨੇ ਆਸਰਿਓ ਕੇ ਆਸਰੇ ਸਤਿਗੁਰੂ, ਨੇ ਪੱਤਿਓ ਕੇ ਪਤ ਸਤਿਗੁਰੂ, ਨੇ ਗੱਤਿਓ ਕੇ ਗੱਤ ਸਤਿਗੁਰੂ, ਨੇ ਧਿਰਿਓ ਕੇ ਧਿਰ ਸਤਿਗੁਰੂ, ਨੇ ਲੱਜਿਓ ਕੇ ਲੱਜ ਸਤਿਗੁਰੂ, ਨੇ ਚੀਜਿਓ ਕੇ ਚੀਜ ਸਤਿਗੁਰੂ, ਕਰੁਣਾ ਨਿਧਾਨ ਸਤਿਗੁਰੂ, ਦੀਨਾ ਬੰਧੂ ਸਤਿਗੁਰੂ, ਪਤਿਤ ਪਾਵਨ ਸਤਿਗੁਰੂ, ਦੀਨ ਦਿਆਲ ਸਤਿਗੁਰੂ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਹਾਜ਼ਰੀਆਂ ਲਗਵਾਈਆਂ। ਆਪ ਤਰੁੱਠ ਕੇ, ਮਿਹਰ ਕਰਕੇ, ਤਰਸ ਕਰਕੇ, ਦਇਆ ਕਰਕੇ ਆਪਣੇ ਦਰਬਾਰਾਂ ਦੇ ਵਿੱਚ ਸੰਗਤਾਂ ਨੂੰ ਲੈ ਕੇ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ। ਇਸ ਕਲਯੁਗ ਦੇ ਭਾਰੀ ਸਮੇਂ ਦੇ ਵਿੱਚ ਆਪਣੇ ਚਰਨ ਕਮਲਾਂ ਨਾਲ ਜੋੜ ਰਹੇ ਨੇ। ਆਸਾ ਦੀ ਵਾਰ ਦੇ ਕੀਰਤਨ ਹੋਏ। ਬਹੁਤ ਹੀ ਸਨਮਾਨਯੋਗ ਪੰਥ ਦੀ ਮਹਾਨ ਸ਼ਖਸੀਅਤ ਹੈਡ ਗ੍ਰੰਥੀ ਸਾਹਿਬ ਜੀ ਨੇ ਸਾਰਿਆਂ ਨੂੰ ਸ਼ਬਦ ਸਰਵਣ ਕਰਵਾਇਆ। ਆਓ ਕੁਝ ਸਮੇਂ ਵਾਸਤੇ ਯਤਨ ਕਰੀਏ ਸ਼ਬਦ ਗੁਰੂ ਦੀ ਵਿਚਾਰ ਨਾਲ ਜੁੜਨ ਦਾ। ਕਿਣਕਾ ਮਾਤਰ ਸਾਡੇ ਮਨਾਂ ਦੇ ਵਿੱਚ, ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ, ਸਾਡਾ ਜੀਵਨ ਕਲਿਆਣ ਹੋਵੇ। ਅੱਜ ਦੇ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 218 ਅੰਗ
ਤੇ ਸੁਸ਼ੋਭਿਤ ਨੇ। ਗੌੜੀ ਮਾਝ ਮਹੱਲਾ ਪੰਜਵਾ। ਗੌੜੀ ਮਾਝ ਰਾਗ ਦੇ ਵਿੱਚ ਸਾਧ ਸੰਗਤ ਜੀ ਸ਼ਬਦ ਉਚਾਰਨ ਕੀਤਾ ਹੈ। ਇਹ ਗੌੜੀ ਮਾਝ ਰਾਗ ਮਿਸ਼ਰਤ ਰਾਗ ਹੈ। ਰਾਗ ਗੌੜੀ ਔਰ ਰਾਗ ਮਾਝ ਨੂੰ ਮਿਲਾ ਕੇ ਇਹ ਮਿਸ਼ਰਤ ਰਾਗ ਬਣਾਇਆ ਗੁਰੂ ਰਾਮਦਾਸ ਜੀ ਮਹਾਰਾਜ ਨੇ। ਇਹ ਰਾਗ ਹਿੰਦੁਸਤਾਨੀ ਸੰਗੀਤ ਦੇ ਵਿੱਚ ਕਿਤੇ ਵੀ ਨਹੀਂ ਮਿਲਦਾ। ਕਿਸੇ ਵੀ ਇਤਿਹਾਸਕ ਪੁਸਤਕ ਦੇ ਵਿੱਚ ਇਹ ਮਿਸ਼ਰਤ ਰਾਗ ਨੂੰ ਨਹੀਂ ਪਾਇਆ ਗਿਆ। ਇਹ ਰਾਗ ਦਾ ਸਰੂਪ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਿਆਰ ਕੀਤਾ ਔਰ ਗੁਰੂ ਰਾਮਦਾਸ ਜੀ ਮਹਾਰਾਜ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮਿਸ਼ਰਤ ਰਾਗ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ। ਪੰਜਵੇਂ ਪਾਤਸ਼ਾਹ ਪੰਜਵੇਂ ਸਰੂਪ ਮਹੱਲਾ ਪੰਜਵਾ। ਮਹੱਲਾ ਦਾ ਆਖਰੀ ਅਰਥ ਮਹਿਲ, ਇਸਤਰੀ। ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਆ ਕੇ ਹੈਗੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਪਰਮੇਸ਼ਵਰ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ, ਪਰ ਆਪਣੇ ਆਪ ਨੂੰ ਪਰਮੇਸ਼ਵਰ ਦੀ ਇਸਤਰੀ ਬਿਆਨ ਕਰਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ। ਹਰ ਰਾਮ 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 ਰਾਮਾ। ਗੁਰੂ ਮਹਾਰਾਜ ਬਚਨ ਕਰਦੇ ਨੇ ਕਿ ਰਮਿਆ ਹੋਇਆ ਰਾਮ ਜੋ ਕੱਲ੍ਹ ਵੀ ਸੀ, ਜੋ ਅੱਜ ਵੀ ਹੈ, ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਮਿਆ ਰਹੇਗਾ। ਹਰ ਰਾਮ 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 ਰਾਮਾ। 3 ਵਾਰੀ ਰਾਮ ਅੱਖਰ ਆਇਆ ਸਾਧ ਸੰਗਤ ਜੀ। ਰਾਮ ਅੱਖਰ ਇੱਥੇ ਨਾਮ ਦਾ ਵਾਚਕ ਹੈ। ਜੋ ਜ਼ਰਰੇ ਜ਼ਰਰੇ ਦੇ ਵਿੱਚ, ਪੱਤੇ ਪੱਤੇ ਦੇ ਵਿੱਚ, ਕਣ ਕਣ ਦੇ ਵਿੱਚ ਰਮਿਆ ਹੋਇਆ ਹੈ। ਹਾਂ, ਉਹ ਗੱਲ ਅਲੱਗ ਹੈ ਕਿ ਉਹਨੂੰ ਦੇਖਣ ਵਾਲੀਆਂ ਅੱਖਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੈਗੀਆਂ। ਗੁਰੂ ਮਹਾਰਾਜ ਦੀ ਕਿਰਪਾ ਦੇ ਵਿੱਚ ਹੈਗੀਆਂ ਕਿ ਉਹ ਅੱਖਾਂ ਸਾਨੂੰ ਮਿਲਣ, ਜਿਹਦੇ ਕਰਕੇ ਸਾਨੂੰ ਕਣ ਕਣ ਜ਼ਰਰੇ ਜ਼ਰਰੇ ਦੇ ਵਿੱਚ, ਪਲ ਪਲ ਦੇ ਵਿੱਚ ਰਮਿਆ ਹੋਇਆ ਰਾਮ ਨਜ਼ਰ ਆਉਣਾ ਸ਼ੁਰੂ ਹੋਵੇ। ਉਹ ਹਰੀ ਸਰੂਪ ਪਰਮੇਸ਼ਵਰ ਸਰੂਪ ਰਾਮ। ਜਪ ਪੂਰਨ ਹੋਏ ਕਾਮਾ। ਐਸੇ ਰਾਮ ਦੇ ਨਾਮ ਨੂੰ ਜਪਣ ਦੇ ਨਾਲ ਜਿਹੜਾ ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ, ਹਰੇਕ ਥਾਂ ਮੌਜੂਦ ਹੈ, ਰਮਿਆ ਹੋਇਆ ਹੈ, ਉਹਦਾ ਜਪ ਕਰਨ ਦੇ ਨਾਲ ਜਪ ਪੂਰਨ ਹੋਏ ਕਾਮਾ। ਜਿੰਨੇ ਵੀ ਸਾਡੇ ਕੰਮ ਨੇ, ਜਿੰਨੇ ਵੀ ਸਾਰੇ ਕਾਰਜ ਨੇ, ਜੇ ਰਾਸ ਹੋਣੇ ਨੇ ਤੇ ਨਾਮ ਦੇ ਜਪਣ ਕਰਕੇ। ਗੁਰੂ ਮਹਾਰਾਜ ਬਾਰ 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 ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ, ਪਵਿੱਤਰ ਗੁਰਬਾਣੀ ਦੇ ਵਿੱਚ ਇਹੀ ਦੁਹਰਾ ਰਹੇ ਨੇ ਕਿ ਵੱਧ ਤੋਂ ਵੱਧ ਨਾਮ ਜਪਿਆ ਜਾਵੇ, ਵੱਧ ਤੋਂ ਵੱਧ ਸੰਗਤ ਕੀਤੀ ਜਾਵੇ। ਜਿਸ ਤਰ੍ਹਾਂ ਸਾਧ ਸੰਗਤ ਜੀ ਤਾਲਾ ਕੇਵਲ ਚਾਬੀ ਨਾਲ ਖੁੱਲ੍ਹ ਸਕਦਾ ਹੈ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾਈ ਜਾਈਏ ਉਹਨੂੰ ਖੋਲ੍ਹਣ ਦੀ, ਕਿਸੇ ਹੋਰ ਤਰੀਕੇ ਦੇ ਨਾਲ ਇੱਟਾਂ ਮਾਰੀ ਜਾਓ, ਪੱਥਰ ਮਾਰੀ ਜਾਓ, ਰੋੜੇ ਮਾਰੀ ਜਾਓ, ਕਈ ਲੋਕੀ ਪਿਘਾਲਣ ਦੀ ਵੀ ਕੋਸ਼ਿਸ਼ ਕਰਦੇ ਆ, ਪਰ ਉਹ ਸਾਰੇ ਲੰਬੇ ਤਰੀਕੇ ਨੇ। ਚਾਬੀ ਨਾਲ ਸੌਖਾ ਤਾਲਾ ਖੁੱਲ੍ਹਿਆ ਜਾਂਦਾ ਆ। ਇਹ ਨਾਮ, ਇਹ ਚਾਬੀ ਹੈ ਸਾਧ ਸੰਗਤ ਜੀ। ਸਾਡੇ ਰੁਕੇ ਹੋਏ ਕਾਰਜ ਜਿਹੜੇ ਤਾਲੇ ਦੇ ਵਿੱਚ ਬੰਦ ਪਏ ਨੇ, ਇਹ ਨਾਮ ਹੈ ਉਹਨਾਂ ਕਾਰਜਾਂ ਨੂੰ ਪੂਰੇ ਕਰਨ ਦੀ ਚਾਬੀ। ਇਹ ਚਾਬੀ ਦੇ ਨਾਲ ਕੰਮ ਬਹੁਤ ਸੁਖੈਲਾ ਹੋ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਸੁਣਦੇ ਵੀ ਹਾਂ, ਪਤਾ ਵੀ ਹੈ, ਬਹੁਤ ਵਾਰੀ ਮਹਿਸੂਸ ਵੀ ਕੀਤਾ ਹੋਣਾ ਹੈ, ਪਰ ਫਿਰ ਵੀ ਦੁਨਿਆਵੀ ਡਿਸਟਰੈਕਸ਼ਨਸ, ਦੁਨਿਆਵੀ ਝਮੇਲੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਕਿ ਰਾਮ ਪਿੱਛੇ ਰਹਿ ਜਾਂਦਾ ਹੈ ਤੇ ਦੁਨਿਆਵੀ ਕਾਰਜ ਅੱਗੇ ਆ ਜਾਂਦੇ ਨੇ। ਇਹ ਬਾਰ 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 ਰੋਜ਼ ਕਥਾ ਕੀਰਤਨ ਪ੍ਰਚਾਰ ਦੇ ਵਿੱਚ ਗੁਰੂ ਮਹਾਰਾਜ ਇਹੀ ਸੰਦੇਸ਼ ਦੇ ਰਹੇ ਨੇ। ਮੁੜ ਮੁੜ ਕੇ
ਯਾਦ ਕਰਵਾ ਰਹੇ ਨੇ ਬਾਰੰਬਾਰ ਬਾਰ ਪ੍ਰਭ ਜਪੀਐ। ਆਠ ਪਹਿਰ ਆਰਾਧੋ ਪਿਆਰੇ, ਬੇਅੰਤ ਥਾਵਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਨੂੰ ਸਮਝਾਉਣ ਵਾਸਤੇ, ਸਾਨੂੰ ਸਿਖਾਲਣ ਵਾਸਤੇ। ਰਹਾਉ ਵਿਸ਼ਰਾਮ ਦਿੰਦੇ ਨੇ। ਰਾਮ ਗੋਬਿੰਦ ਚਪੇਦਿਆ, ਹੋਆ ਮੁਖ ਪਵਿੱਤਰ। ਮਹਾਰਾਜ ਕਹਿੰਦੇ ਨੇ ਕਿ ਰਾਮ ਦਾ ਨਾਮ ਜਪ ਕੇ, ਗੋਬਿੰਦ ਦਾ ਨਾਮ ਜਪ ਕੇ, ਪਰਮੇਸ਼ਵਰ ਦਾ ਨਾਮ ਲੈ ਕੇ, ਵਾਹਿਗੁਰੂ 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 ਦਾ ਨਾਮ ਲੈ ਕੇ, ਹੋਆ ਮੁਖ ਪਵਿੱਤਰ। ਸਾਡੇ ਜਿਹੜੇ ਮੁਖ ਨੇ ਉਹ ਫਿਜ਼ੀਕਲ ਰੂਪ ਵਿੱਚ ਪਵਿੱਤਰ ਹੁੰਦੇ ਹੀ ਨੇ, ਪਰ ਜਿਹੜੀ ਸਾਡੀ ਬੋਲੀ ਹੈ ਉਹ ਵੀ ਮਿੱਠੀ ਹੋ ਜਾਂਦੀ ਹੈ। ਹੋਵੇ ਗੁਰੂ ਨਾਨਕ ਦਾ ਸਿੱਖ ਤੇ ਮਨ ਦੇ ਵਿੱਚ ਗੁੱਸਾ, ਜਾਂ ਤੇ ਬੰਦਾ ਸਿੱਖ ਹੋ ਸਕਦਾ ਹੈ ਜਾਂ ਫਿਰ ਗੁੱਸਾ ਕਰ ਸਕਦਾ ਹੈ। ਹੋਵੇ ਗੁਰੂ ਨਾਨਕ ਦਾ ਸਿੱਖ ਤੇ ਮਨ ਦੇ ਵਿੱਚ ਈਰਖਾ ਦਵੈਤ, ਤੇ ਜਾਂ ਤੇ ਗੁਰੂ ਨਾਨਕ ਦਾ ਸਿੱਖ ਹੋ ਸਕਦਾ ਹੈ ਜਾਂ ਫਿਰ ਉਹਦੇ ਮਨ ਦੇ ਵਿੱਚ ਈਰਖਾ ਦਵੈਤ ਹੋ ਸਕਦੀ ਹੈ। ਇਹ ਸਾਨੂੰ ਰੋਜ਼ ਸਵੇਰੇ ਸ਼ਾਮ ਆਪਣੇ ਮਨ ਦੇ ਉੱਪਰ ਕੰਮ ਕਰਕੇ ਆਪਣੇ ਮਨ ਨੂੰ ਪੱਕਾ ਕਰਨਾ ਹੈ ਕਿ ਇਹ ਮਨਾ ਗੁਰੂ ਨਾਨਕ ਦੇ ਸਿੱਖ ਤੇ ਮਿੱਠ ਬੋਲੜੇ ਨੇ। ਹਾਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣਾ, ਕੌੜਾ ਬੋਲਣਾ ਆਉਂਦਾ ਹੀ ਨਹੀਂ। ਥੱਕ ਗਏ ਲੇਕਿਨ ਕੌੜਾ ਨਹੀਂ ਬੋਲ ਮੂੰਹ ਤੋਂ ਨਿਕਲਦਾ। ਇਹ ਗੁਰੂ ਨਾਨਕ ਦੀ ਸਿੱਖੀ ਹੈ। ਜਿਸ ਅਸਥਾਨ ਤੇ ਆਪ ਸਾਰੇ ਬੈਠੇ ਹੋਏ ਆ, ਇਹ ਦਿੱਲੀ ਦਾ ਪਹਿਲਾ ਇਤਿਹਾਸਕ ਅਸਥਾਨ ਬਣਿਆ ਗੁਰਦੁਆਰਾ ਸ਼੍ਰੀ ਨਾਨਕ ਪਿਓ ਸਾਹਿਬ, ਜਿੱਥੇ ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਏ। ਇਸ ਧਰਤੀ ਨੂੰ ਠਾਰਿਆ, ਠੰਡਾ ਮਿੱਠਾ ਜਲ ਕੱਢਿਆ। ਸਾਲੋਂ ਸਾਲ ਸਦੀਆਂ ਬੀਤ ਗਈਆਂ ਲੇਕਿਨ ਉਹ ਜਲ ਅਜ ਤੱਕ ਮੌਜੂਦ ਹੈ। ਸਾਧ ਸੰਗਤ ਜੀ, ਉਸ ਗੁਰੂ ਨਾਨਕ ਦੇ ਸਿੱਖ ਹੋਈਏ ਤੇ ਆਪਣੇ ਮਨ ਦੇ ਵਿੱਚ ਇੱਕ ਦੂਸਰੇ ਵਾਸਤੇ ਈਰਖਾ ਰੱਖੀਏ, ਚੁਗਲੀਆਂ ਕਰੀਏ, ਨਿੰਦਿਆ ਕਰੀਏ, ਇੱਕ ਦੂਸਰੇ ਦੀਆਂ ਲੱਤਾਂ ਖਿੱਚੀਏ। ਹੋਵੇ ਗੁਰੂ ਨਾਨਕ ਦੇ ਸਿੱਖ, ਪੱਗਾਂ ਬੰਨੀਆਂ ਹੋਣ, ਚੁੰਨੀਆਂ ਸਿਰ ਤੇ ਹੋਣ, ਦਸਤਾਰਾਂ ਸਿਰਾਂ ਤੇ ਹੋਣ, ਤੇ ਫਿਰ ਇਹ ਕੰਮ ਤੇ ਨਹੀਂ ਸੌਂਪਦੇ। ਸਾਧ ਸੰਗਤ ਜੀ, ਹੋਆ ਮੁਖ ਪਵਿੱਤਰ। ਜਦੋਂ ਵਾਹਿਗੁਰੂ 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 ਦਾ ਅਭਿਆਸ ਕੀਤਾ ਜਾਂਦਾ ਹੈ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ, ਸੰਧਿਆ ਵੇਲੇ, ਸ਼ਾਮਾਂ ਵੇਲੇ, ਸੌਣ ਤੋਂ ਪਹਿਲਾਂ, ਦਿਨ ਵੇਲੇ, ਜਦੋਂ ਸਮਾਂ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਤਿਲ ਨਹੀਂ ਭੰਨੈ ਘਾਲੇ। ਇੱਕ ਵਾਰੀ ਦਾ, ਅੱਧੀ ਵਾਰੀ ਦਾ, ਅੱਧੀ ਤੋਂ ਅੱਧੀ ਵਾਰੀ ਦਾ ਜਪਿਆ ਹੋਇਆ ਵਿਅਰਥ ਨਹੀਂ ਜਾਣਾ। ਸਾਧ ਸੰਗਤ ਜੀ, ਉਹਨੇ ਮੁਖ ਨੂੰ ਪਵਿੱਤਰ ਕਰਨਾ ਹੈ। ਇਹ ਗੁਰਬਾਣੀ ਕਹਿ ਰਹੀ ਹੈ। ਰਾਮ ਗੋਬਿੰਦ ਜਪੇਦਿਆ, ਹੋਆ ਮੁਖ ਪਵਿੱਤਰ। ਮੁਖ ਨੇ ਪਵਿੱਤਰ ਹੋ ਜਾਣਾ ਹੈ, ਸਾਫ਼ ਹੋ ਜਾਣਾ ਹੈ, ਪਿਓਰ ਹੋ ਜਾਣਾ ਹੈ। ਹਰ ਜਸ ਸੁਣੀਐ ਜਿਸ ਤੇ, ਸੋਈ ਭਾਈ ਮਿੱਤਰ। ਤੇ ਜਿਹੜਾ ਹਰੀ ਦਾ ਜਸ ਸੁਣਾਵੇ, ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਕੀਰਤਨੀ ਜਥੇ ਨੇ ਬਹੁਤ ਰਸ ਭਿੰਨਾ ਕੀਰਤਨ ਸੁਣਾਇਆ। ਸਾਡੇ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਨੇ ਗੁਰਬਾਣੀ ਦਾ ਜਾਪ ਸੁਣਾਇਆ। ਇਹ ਨੇ ਸਾਡੇ ਅਸਲੀ ਮਿੱਤਰ, ਜਿਨ੍ਹਾਂ ਦਾ ਦਿਨ ਰਾਤ ਸਵੇਰੇ ਸ਼ਾਮ ਕੰਮ ਹੀ ਇਹੀ ਹੈ, ਕਿਰਤ ਹੀ ਇਹੀ ਹੈ। ਉਹਨਾਂ ਨੇ ਬਾਏ ਚੋਇਸ ਡਾਕਟਰ ਵੀ ਬਣ ਸਕਦੇ ਸੀ, ਇੰਜੀਨੀਅਰ ਵੀ ਬਣ ਸਕਦੇ ਸੀ, ਕੋਈ ਹੋਰ ਵੱਡੀ ਕੰਪਨੀ ਦੇ ਵੀ ਮਾਲਕ ਬਣ ਸਕਦੇ ਸੀਗੇ। ਪੜ੍ਹਾਈਆਂ ਲਿਖਾਈਆਂ ਅੱਜ ਕੱਲ੍ਹ ਸਭ ਕੁਛ ਹੈਗਾ ਆ, ਪਰ ਉਹਨਾਂ ਨੇ ਸੰਗਤ ਨੂੰ ਗੁਰਬਾਣੀ ਸੁਣਾਉਣ ਦਾ ਜ਼ੀਰਾ ਸੀਗਾ ਕੰਮ ਨੂੰ ਪਕੜਿਆ। 24 ਘੰਟੇ ਗੁਰਬਾਣੀ ਦੇ ਇਰਦ ਗਿਰਦ, ਕਦੀ ਸ਼ਬਦਾਂ ਦੀ ਵਿਆਖਿਆ, ਕਦੀ ਕਥਾ, ਕਦੀ ਸਹਿਜ ਪਾਠ, ਕਦੀ ਅਖੰਡ ਪਾਠ, ਕਦੀ ਅਰਦਾਸ, ਕਦੀ ਕੀਰਤਨ ਦੇ ਰੂਪ ਦੇ ਵਿੱਚ ਅਭਿਆਸ। ਇਹ ਕੀਰਤਨ ਸਾਧ ਸੰਗਤ ਜੀ ਇੰਨਾ ਸੌਖਾ ਨਹੀਂ ਹੈ। 2-2, 3-3 ਘੰਟੇ ਪਹਿਲੇ ਰਿਆਜ਼ ਕਰਨਾ ਪੈਂਦਾ ਆ, ਉਸ ਤੋਂ ਬਾਅਦ ਫਿਰ ਹਾਜ਼ਰੀਆਂ ਭਰਨੀਆਂ ਪੈਂਦੀਆਂ, ਗਲੇ ਦਾ ਖਿਆਲ ਰੱਖਣਾ ਪੈਂਦਾ, ਖਾਣੇ ਪੀਣੇ ਦਾ ਖਿਆਲ ਰੱਖਣਾ ਪੈਂਦਾ।
ਆਪਣੀ ਤੇ ਮੌਜ ਹੈ, ਜਦੋਂ ਮਰਜ਼ੀ ਜੋ ਮਰਜ਼ੀ ਖਾ ਪੀ ਲਿਆ। ਇਹ ਸਾਰਾ ਤਿਆਗ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਾਸਤੇ ਸੁੱਚੇ ਵਸਤਰ ਪਾ ਕੇ ਸੁਚਮਤਾ ਦੇ ਨਾਲ ਸੇਵਾ ਕਰਨੀ, ਤਾਬਿਆ ਬਹਿਣਾ। ਅਸੀਂ ਤੇ ਆਪਣੇ ਚੌਕਣੇ ਚੌਕੜੇ ਖੋਲ ਲੈਂਦੇ ਹਰ 2-4-5 ਮਿੰਟਾਂ ਬਾਅਦ। ਕਦੀ ਆਪ ਜੀ ਨੇ ਦੇਖਿਆ ਹੈਡ ਗ੍ਰੰਥੀ ਸਾਹਿਬ ਨੂੰ ਜਾਂ ਗ੍ਰੰਥੀ ਸਿੰਘ ਸਾਹਿਬਾਨਾਂ ਨੂੰ? ਇਹ ਮਰਿਆਦਾ ਦੇ ਵਿੱਚ ਰਹਿ ਕੇ ਸੇਵਾ ਕਰਨਾ ਬੜੀ ਵੱਡੀ ਗੱਲ ਹੈ ਸਾਧ ਸੰਗਤ ਜੀ। ਵੱਧ ਤੋਂ ਵੱਧ ਮਾਣ ਸਤਿਕਾਰ ਕੀਤਾ ਜਾਵੇ। ਬਾਬਾ ਬੁੱਢਾ ਜੀ ਦੇ ਨਾਮ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਜਾਉਂਦੇ ਹਾਂ। ਬਾਬਾ ਬੁੱਢਾ ਜੀ ਦੇ ਸਰੂਪ ਉਹਨਾਂ ਦੀ ਗੱਦੀ ਤੇ ਸਾਹਮਣੇ ਹੈਡ ਗ੍ਰੰਥੀ ਸਾਹਿਬ ਜੀ ਸਜੇ ਹੋਏ ਨੇ। ਇਹ ਉਹ ਪੋਸਟ ਹੈ, ਆਮ ਇਨਸਾਨ ਨਹੀਂ। ਕਿੰਨੇ ਸਿੱਖ ਸੰਗਤ ਦਰਬਾਰ 'ਚ ਬੈਠੀਆਂ, ਉਹਨਾਂ ਵਿੱਚੋਂ ਤਾਬਿਆ ਨਹੀਂ ਕੋਈ ਬੈਠਾ, ਉਹਨਾਂ ਨੂੰ ਸੇਵਾ ਨਹੀਂ ਮਿਲੀ। ਇਹ ਸੇਵਾ ਦੀ ਜ਼ਿੰਮੇਦਾਰੀ, ਇਹ ਸੇਵਾ ਦੀ ਕਿਰਪਾ ਹੈਡ ਗ੍ਰੰਥੀ ਸਾਹਿਬ ਜੀ ਦੀ ਝੋਲੀ ਦੇ ਵਿੱਚ ਆਈ, ਜੋ ਬਾਬਾ ਬੁੱਢਾ ਜੀ ਮਹਾਰਾਜ ਤੇ ਕਿਰਪਾ ਹੋਈ ਸੀ। ਵੱਧ ਤੋਂ ਵੱਧ ਸਤਿਕਾਰ ਕਰੀਏ, ਕਿਉਂਕਿ ਇਹੀ ਸਾਡੇ ਭਾਈ ਨੇ, ਇਹੀ ਸਾਡੇ ਅਸਲੀ ਮਿੱਤਰ ਨੇ, ਜੋ ਸਾਨੂੰ ਗੁਰਬਾਣੀ ਨਾਲ ਜੋੜ ਰਹੇ ਨੇ। ਫਰਜ਼ ਕਰੀਏ ਸਾਧ ਸੰਗਤ ਜੀ, ਆਪ ਜੀ ਸਾਰੇ ਸਮੇਤ ਸਾਡੇ ਗੁਰਦੁਆਰਾ ਸਾਹਿਬਾਨਾਂ ਨੂੰ ਜਾਉਂਦੇ ਆ। ਜਦੋਂ ਘਰੋਂ ਨਿਕਲਦੇ ਆ, ਉਮੀਦ ਹੁੰਦੀ ਹੈ ਜਾ ਕੇ ਆਸਾ ਦੀ ਵਾਰ ਦਾ ਕੀਰਤਨ ਹੋਏਗਾ। ਤੇ ਫਰਜ਼ ਕਰੀਏ ਜੇ ਗੁਰਦੁਆਰਾ ਸਾਹਿਬ ਪਹੁੰਚੇ ਔਰ ਕੀਰਤਨੀ ਜਥਾ ਕਿਸੇ ਕਾਰਨ ਕਰਕੇ ਕੀਰਤਨ ਨਾ ਕਰ ਰਿਹਾ ਹੋਵੇ, ਜਦੋਂ ਤੱਕ ਗੱਡੀ ਤੋਂ ਉਤਰ ਕੇ ਜਦੋਂ ਤੱਕ ਮੱਥਾ ਟੇਕ ਕੇ ਪਰਿਕਰਮਾ ਕਰੋਗੇ, ਦਿਮਾਗ 'ਚ ਇਹੀ ਚੱਲਦਾ ਰਹੇਗਾ, ਅੱਜ ਕੀਰਤਨ ਕਿਉਂ ਨਹੀਂ ਹੋ ਰਿਹਾ, ਕਿੱਥੇ ਗਏ ਕੀਰਤਨੀਆ ਜਥਾ। ਖਾਲੀਪਨ ਮਹਿਸੂਸ ਗੁਰੂ ਸਾਹਿਬ ਸਾਹਮਣੇ ਹੋਣ ਤੋਂ ਬਾਅਦ ਵੀ, ਕਿਉਂਕਿ ਸਾਡੇ ਭਾਈ ਮਿੱਤਰ ਅੱਜ ਸਾਨੂੰ ਕੀਰਤਨ ਨਹੀਂ ਸੁਣਾ ਰਹੇ। ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਵੀ ਇਹੀ ਹੋਇਆ ਸੀ। ਸੱਤੇ ਬਲਵੰਡੇ ਗੁਰੂ ਮਹਾਰਾਜ ਜੀ ਦੇ ਕੀਰਤਨੀਏ ਹੰਕਾਰੇ ਗਏ ਔਰ ਗੁਰੂ ਘਰ ਆ ਕੇ ਕੀਰਤਨ ਕਰਨ ਤੋਂ ਮਨਾ ਕਰ ਦਿੱਤਾ, ਕੀਰਤਨ ਕਰਨਾ ਬੰਦ ਕਰ ਦਿੱਤਾ। ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਇੱਕ ਰੋਸ ਹੋਇਆ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਿਉਂ ਬੰਦ ਹੋਇਆ। ਗੁਰੂ ਮਹਾਰਾਜ ਆਪ ਨੰਗੇ ਪੈਰ ਸੱਤੇ ਬਲਵੰਡੇ ਨੂੰ ਲੈਣ ਵਾਸਤੇ ਗਏ। ਸਾਖੀ ਛੋਟੀ ਕਰਕੇ ਦੱਸਦੇ ਹਾਂ, ਸਮਾਂ ਆਪਣੇ ਕੋਲ ਲਿਮਿਟਿਡ ਹੈ। ਗੁਰੂ ਮਹਾਰਾਜ ਆਪ ਗਏ, ਲੇਕਿਨ ਫਿਰ ਵੀ ਸੱਤੇ ਬਲਵੰਡੇ ਨੇ ਮਨਾ ਕਰ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਕੀਤੀ। ਬਾਅਦ ਵਿੱਚ ਭਾਈ ਲੱਦੇ ਜੀ ਨੇ, ਪਰਉਪਕਾਰੀ ਭਾਈ ਲੱਦਾ ਜੀ, ਦੋਨਾਂ ਨੂੰ ਸੱਤੇ ਤੇ ਬਲਵੰਡੇ ਨੇ ਗੁਰੂ ਮਹਾਰਾਜ ਜੀ ਕੋਲ ਲੈ ਕੇ ਆਏ ਔਰ ਬਖਸ਼ਵਾਇਆ, ਔਰ ਫਿਰ ਉਹਨਾਂ ਨੇ ਗੁਰਬਾਣੀ ਉਚਾਰਨ ਕੀਤੀ। ਸਾਧ ਸੰਗਤ ਜੀ, ਰਾਮ ਕਲੀ ਕੀ ਵਾਰ ਰਾਏ ਬਲਵਨ ਸਤ ਤਥਾ ਸਤੈ ਡੂਮ ਆਖੀ। ਰਾਮਕਲੀ ਰਾਗ ਦੇ ਵਿੱਚ ਸੁਸ਼ੋਭਿਤ ਗੁਰਬਾਣੀ। ਇਹ ਕੀਰਤਨੀਏ ਸਿੰਘ, ਕਥਾਵਾਚਕ ਸਿੰਘ, ਹੈਡ ਗ੍ਰੰਥੀ ਸਾਹਿਬ, ਸਟਾਫ, ਜੇ ਸਾਹਮਣੇ ਮੇਨ ਦਰਵਾਜ਼ੇ ਤੇ ਜੇ ਮਹਾਰਾਜ ਦੇ ਗੁਰੂ ਦੇ ਵਜ਼ੀਰ ਨਾ ਖੜੇ ਹੋਣ ਤੇ ਸਾਨੂੰ ਇਨਫੋਰਮੇਸ਼ਨ ਕਿਸ ਤਰ੍ਹਾਂ ਮਿਲੇ। ਕੋਈ ਵੀ ਜਿਹੜਾ ਨਵਾਂ ਬੰਦਾ ਆ ਰਿਹਾ ਹੈ, ਸ਼ਾਇਦ ਨੰਗੇ ਸਿਰ ਅੰਦਰ ਆ ਜਾਏਗਾ, ਲੇਕਿਨ ਉਹ ਬਾਹਰ ਖੜੇ ਵਜ਼ੀਰੀ ਕਰ ਰਹੇ ਨੇ। ਬਹੁਤ ਜ਼ਿਆਦਾ ਸਤਿਕਾਰ ਸਾਨੂੰ ਗੁਰੂ ਘਰਾਂ ਦੇ ਜਿਹੜੇ ਵਜ਼ੀਰ ਨੇ, ਜਿਹੜੇ ਸੇਵਾਦਾਰ ਨੇ, ਕਰਨਾ ਬਣਦਾ ਹੈ, ਕਿਉਂਕਿ ਇਹ ਨੇ ਸਾਡੇ ਭਾਈ ਮਿੱਤਰ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ। ਸਾਧ ਸੰਗਤ ਜੀ, ਅੱਗੇ ਮਹਾਰਾਜ ਬਿਆਨ ਕਰ ਰਹੇ ਨੇ, ਦੁਨੀਆ ਦੇ ਸਾਰੇ ਪਦਾਰਥ ਤੇ ਸਾਰੇ ਫਲ। ਪਦਾਰਥ ਹੁੰਦੇ ਨੇ ਜੋ ਅਸੀਂ ਆਪ ਜਾ ਕੇ ਖਰੀਦਦੇ ਹਾਂ, ਜੋ ਅਸੀਂ ਆਪ ਜਾ ਕੇ ਬਾਜ਼ਾਰੋਂ ਹਾਸਲ ਕਰਦੇ ਹਾਂ। ਪਦਾਰਥ ਹੈ ਜੋ ਅਸੀਂ ਚਾਹੁੰਦੇ ਹਾਂ। ਔਰ ਦੂਸਰੇ ਪਾਸੇ ਹੈਗਾ ਸਭ ਫਲਾ। ਫਲ ਹੁੰਦਾ ਜਿਹੜਾ ਸਾਨੂੰ ਮਿਲਦਾ ਆ, ਗਿਫਟ ਫਾਰਮ ਦੇ ਵਿੱਚ ਕਹਿ ਲਈਏ ਜਾਂ ਕਿਰਪਾ ਫਾਰਮ ਦੇ ਵਿੱਚ ਕਹਿ ਲਈਏ, ਜੋ ਸਾਨੂੰ ਗੁਰੂ ਮਹਾਰਾਜ ਫਲ ਦਿੰਦੇ ਨੇ। ਸਰਬ ਗੁਣਾ ਜਿਸ ਮਾਹੇ, ਔਰ ਸਾਰੇ ਗੁਣ, ਗੁਣਾ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਸਾਧ ਸੰਗਤ ਜੀ, ਜੇ ਸਾਡੇ ਕੋਲ ਲੱਖ ਜਿਹਬਾ ਵੀ ਹੋਣ, ਅਸੀਂ ਤਾਂ ਵੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਣ ਬਿਆਨ ਨਹੀਂ ਕਰ ਸਕਦੇ। ਔਰ ਉਹ ਹੈ ਸਰਬ ਗੁਣਾ ਦਾ ਮਾਲਿਕ,
ਜਿਹਦੇ ਕੋਲ ਸਾਰੇ ਗੁਣ ਨੇ, ਜਿਹਦੇ ਕੋਲ ਸਾਰੇ ਫਲ ਨੇ, ਜਿਹਦੇ ਕੋਲ ਸਾਰੇ ਪਦਾਰਥ ਨੇ, ਉਹਦਾ ਨਾਮ ਜਪਣ ਵਾਸਤੇ ਮਹਾਰਾਜ ਫਰਮਾਨ ਕਰ ਰਹੇ। ਕਿਉ ਗੋਬਿੰਦ ਮਨਹੁ ਵਿਸਾਰੀਐ, ਜਿਸ ਸਿਮਰਤ ਦੁਖ ਜਾਹੇ। ਮਹਾਰਾਜ ਕਹਿੰਦੇ ਨੇ ਜਿਹਦੇ ਕੋਲ ਸਾਰੇ ਦੁਨਿਆਵੀ ਪਦਾਰਥ ਨੇ, ਅਧਿਆਤਮਕ ਪਦਾਰਥ ਨੇ, ਜਿਹਦੇ ਕੋਲ ਸਾਰੀਆਂ ਅਵਸਥਾਵਾਂ ਹੈਗੀਆਂ, ਜਿਹਦੇ ਕੋਲ ਸਾਰੇ ਫਲ ਨੇ, ਜਿਹਦੇ ਕੋਲ ਸਾਰੇ ਗੁਣ ਨੇ, ਉਹਨੂੰ ਕਿਉਂ ਮਨੋ ਵਿਸਾਰੀਏ? ਕਿਉਂ ਅਸੀਂ ਵਿਸਾਰੀਏ? ਕਿਉਂ ਅਸੀਂ ਆਲਸ ਵਿੱਚ ਆ ਕੇ ਅੰਮ੍ਰਿਤ ਵੇਲਾ ਆਪਣਾ ਗਵਾ ਲਈਏ? ਕਿਉਂ ਅਸੀਂ ਲੜਾਈਆਂ ਝਗੜਿਆਂ ਦੇ ਵਿੱਚ ਪੈ ਕੇ ਆਪਣੇ ਨਾਮ ਜਪਣ ਦੇ ਵੇਲੇ ਨੂੰ ਗਵਾ ਲਈਏ? ਕਿਉਂ ਅਸੀਂ ਆਪਣੇ ਆਪ ਨੂੰ ਇੱਕ ਇਹੋ ਜਿਹਾ ਸੁਨਹਿਰੀ ਅਵਸਰ ਜੋ ਮਿਲਿਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਸੀਂ ਅਵਸਰ ਕਿਉਂ ਗਵਾ ਲਈਏ? ਮਹਾਰਾਜ ਕਹਿੰਦੇ ਨੇ ਕਿਉਂ ਗੋਬਿੰਦ ਮਨਹੁ ਵਿਸਾਰੀਐ, ਜਿਸ ਸਿਮਰਤ ਦੁਖ ਜਾਏ। ਕਮਾਲ ਦੀ ਗੱਲ ਹੈ, ਜਿਹਨੇ ਸਿਮਰਨ ਕਰਨ ਦੇ ਨਾਲ, ਜਿਹਨੂੰ ਯਾਦ ਕਰਨ ਦੇ ਨਾਲ ਸਾਡਾ ਦੁੱਖ ਦੂਰ ਹੋਣਾ ਸੀਗਾ, ਸਾਡੇ ਦਰਦ ਦੂਰ ਹੋਣੇ ਸੀਗੇ, ਸਾਡੇ ਕਲੇਸ਼ ਮੁੱਕਣੇ ਸੀਗੇ, ਅਸੀਂ ਉਹਨੂੰ ਹੀ ਭੁੱਲੀ ਬੈਠੇ। ਡਾਕਟਰ ਕੋਲ ਜਾਉਂਦੇ ਆ, ਡਾਕਟਰ ਦਵਾਈ ਦਿੰਦਾ ਹੈ ਤੇ ਦਵਾਈ ਤੇ ਇੱਕ ਪਾਸੇ ਰਹਿ ਗਈ, ਅਸੀਂ ਦਵਾਈ ਖਾਣੀ ਹੋਈ ਨਹੀਂ ਹੈਗੀ, ਅਸੀਂ ਡਾਕਟਰ ਨੂੰ ਹੀ ਭੁੱਲ ਗਏ। ਤੇ ਫਿਰ ਸਰੀਰ ਅਰੋਗ ਕਿਸ ਤਰ੍ਹਾਂ ਹੋਵੇ? ਸਾਧ ਸੰਗਤ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਇਨਸਾਨ ਭੁੱਲ ਜਾਂਦਾ ਪਰਮੇਸ਼ਵਰ ਨੂੰ, ਤਾਂ ਜਾ ਕੇ ਰੋਗ ਚਿੰਬੜਦੇ ਆ। ਰੋਗ ਅਹੰਕਾਰ ਦਾ, ਜ਼ਰੂਰੀ ਨਹੀਂ ਸਰੀਰਕ ਰੋਗ ਚਿੰਬੜਨ, ਅਹੰਕਾਰ ਦਾ ਰੋਗ, ਲਾਲਚ ਦਾ ਰੋਗ, ਕਾਮ ਦਾ ਰੋਗ। ਸਾਧ ਸੰਗਤ ਜੀ, ਇਹ ਰੋਗ ਇਹੋ ਜਿਹੇ ਨੇ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਸਾਡਾ ਪਿੱਛਾ ਨਹੀਂ ਛੱਡਦੇ। ਗੁਰੂ ਬਖਸ਼ਵਾ ਲਵੇ ਤੇ ਬਖਸ਼ਾ ਲਵੇ, ਸਾਡੀ ਕੋਈ ਹਿੰਮਤ ਨਹੀਂ, ਸਾਡੇ ਕੋਈ ਕਰਮ ਨਹੀਂ, ਗੁਰੂ ਬਖਸ਼ਿਸ਼ ਕਰੇ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇਰੇ ਵਾਲੇ ਹੋਏ, ਉਹਨਾਂ ਦੇ ਸਮੇਂ ਦੇ ਵਿੱਚ 84 ਵੇਲੇ ਉਹਨਾਂ ਦਾ ਵੀ ਬੱਸ ਨੂੰ ਘੇਰਾ ਪਾ ਲਿਆ ਸੀਗਾ ਤੇ ਉਸ ਦੌਰਾਨ ਉਹਨਾਂ ਦਾ ਵੀ ਤਰੀਕੇ ਦੀ ਸ਼ਹੀਦੀ ਹੋਈ। ਆਪਣੇ ਉਹਨਾਂ ਨੇ ਸਰੀਰ ਸ਼ਾਂਤ ਕੀਤਾ। ਉਹਨਾਂ ਦੇ ਸਮੇਂ ਦੇ ਵਿੱਚ ਦੀ ਗੱਲ ਹੈ, ਬਾਬਾ ਜੀ ਆਪ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਨਾ, ਆਪ ਗੁਰੂ ਮਹਾਰਾਜ ਦਾ ਸਿਖਾਸਨ ਕਰਨਾ, ਬਹੁਤ ਮਹਾਰਾਜ ਦੀ ਮਿਹਰ, ਮਹਾਤਮਾ ਸਰੂਪ। ਇੱਕ ਵਾਰ ਕਿਸੇ ਕਾਰਨ ਕਰਕੇ ਮਹਾਂਪੁਰਸ਼ਾਂ ਨੂੰ ਜਾਣਾ ਪਿਆ ਪਰਿਵਾਰ ਦੇ ਘਰੇ, ਇੱਥੇ ਸੁਖਾਸਨ ਦਾ ਸਮਾਂ ਹੋ ਗਿਆ। ਸੁਖਾਸਨ ਦਾ ਸਮਾਂ ਹੋ ਗਿਆ। ਹੁਣ ਉਸ ਜ਼ਮਾਨੇ ਵਿੱਚ ਕੋਈ ਟੈਲੀਫੋਨ, ਮੋਬਾਈਲ ਫੋਨ, ਮੈਸੇਜਿਸ ਤੇ ਹੁੰਦੇ ਨਹੀਂ ਸੀ। ਮਹਾਂਪੁਰਸ਼ਾਂ ਦੇ ਸੇਵਾਦਾਰਾਂ ਨੇ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੁਖਾਸਨ ਕੀਤਾ। ਜਿਸ ਤਰ੍ਹਾਂ ਵੀ ਉਹਨਾਂ ਨੂੰ ਆਉਂਦਾ ਸੀ ਉਹਨਾਂ ਨੇ ਕੀਤਾ। ਸੁਖਾਸਨ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਸੱਚਖੰਡ ਵਿੱਚ ਪਲੰਗ ਤੇ ਬਿਰਾਜਮਾਨ ਨੇ। ਮਹਾਂਪੁਰਸ਼ ਵਾਪਿਸ ਆਏ, ਰਾਤ ਨੂੰ 11 ਵਜੇ ਆਪਣੇ ਜਾਪ ਤੇ ਬਹਿੰਦੇ ਹੁੰਦੇ ਸੀਗੇ ਤੇ ਜਦੋਂ ਆਪਣਾ ਜਾਪ ਕਰਨ ਲੱਗੇ ਰਾਤ ਨੂੰ 11, ਸਵਾ 11 ਵਜੇ, ਤੇ ਅੱਖਾਂ ਬੰਦ ਕੀਤੀਆਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਦੇ ਰਹੇ ਨੇ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਖਾਂ ਦੇ ਵਿੱਚੋਂ ਲਹੂ ਬਹਿ ਰਿਹਾ। ਮਹਾਂਪੁਰਸ਼ ਇੱਕਦਮ ਬੜੇ ਸੁਚੇਤ ਹੋ ਗਏ, ਅੱਖਾਂ ਖੋਲੀਆਂ। ਮਹਾਰਾਜ ਇਹ ਕਿਹੜਾ ਦ੍ਰਿਸ਼ ਦਿਖਾਇਆ, ਕਿਹੜਾ ਭਾਣਾ ਵਰਤਿਆ, ਕੀ ਸਮਝਾਉਣਾ ਚਾਹ ਰਹੇ ਹੋ, ਕੀ ਦੱਸਣਾ ਚਾਹ ਰਹੇ ਹੋ? ਮਹਾਰਾਜ ਨਾਮ ਸਿਆ ਅੱਜ ਭੁੱਲ ਹੋ ਗਈ, ਮਹਾਰਾਜ ਬਖਸ਼ੋ। ਕਿਹੜੀ ਭੁੱਲ ਹੋ ਗਈ ਮਹਾਰਾਜ? ਤੂੰ ਤੇ ਸੁਖਾਸਨ ਕੀਤਾ ਨਹੀਂ, ਜਿਹੜੇ ਤੇਰੇ ਸੇਵਾਦਾਰਾਂ ਨੇ ਸੁਖਾਸਨ ਕੀਤਾ, ਸੁਖਾਸਨ ਕਰਦੇ ਕਰਦੇ ਜਿਹੜਾ ਰੁਮਾਲਾ ਸੀਗਾ ਉਹ ਇਸ ਤਰ੍ਹਾਂ ਰੁਮਾਲੇ ਨੇ ਲਪੇਟਿਆ ਕਿ ਉਹਦੇ ਵਿੱਚ ਇੰਨੀਆਂ ਜ਼ਿਆਦਾ, ਜਿਹਨੂੰ ਆਪਾਂ ਕ੍ਰੀਸਿਸ ਕਹਿ ਦਿੰਦੇ ਆ, ਉਹਦੇ ਵਿੱਚ ਵੱਲ ਪੈ ਗਏ। ਉਹ ਵੱਲ ਸਾਡੀ ਅੱਖਾਂ ਨੂੰ ਚੁਭਦੇ ਨੇ। ਜਾ ਦੁਬਾਰਾ ਸੁਖਾਸਨ ਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ
ਦਾ ਸਤਿਕਾਰ ਪੂਰਨ ਤਰੀਕੇ ਨਾਲ ਹੋ। ਦੌੜ ਕੇ ਇਸ਼ਨਾਨ ਪਾਣੀ ਕਰਕੇ ਦੁਬਾਰਾ ਮਹਾਂਪੁਰਸ਼ ਗਏ, ਗੁਰੂ ਮਹਾਰਾਜ ਦਾ ਸਰੂਪ ਦੁਬਾਰਾ ਪ੍ਰਕਾਸ਼ ਕਰਕੇ, ਔਰ ਉਸ ਸਮੇਂ ਇੱਕ ਇੱਕ ਸਿਲਵਟ, ਇੱਕ ਇੱਕ ਵੱਲ ਕੱਢ ਕੇ ਐਨ ਪਿਆਰ ਨਾਲ ਸਤਿਕਾਰ ਨਾਲ ਗੁਰੂ ਮਹਾਰਾਜ ਦੇ ਰੁਮਾਲਿਆਂ ਦੀ ਸੇਵਾ ਕੀਤੀ। ਉਸ ਤੋਂ ਬਾਅਦ ਸਿੰਘਾਂ ਨੂੰ ਬੁਲਾਇਆ, ਦੱਸਿਆ ਆ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਬਹੁਤ ਸੁਚੇਤ ਰਹਿ ਕੇ ਕਰਨੀ ਹੈ, ਕਾਲੀ ਦੇ ਵਿੱਚ ਨਹੀਂ ਕਰਨੀ। ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚੋਂ ਅੱਖਾਂ ਦੇ ਵਿੱਚੋਂ ਲਹੂ ਬਹਿ ਰਿਹਾ ਸੀ। ਸਾਧ ਸੰਗਤ ਜੀ, ਅਸੀਂ ਜਦੋਂ ਵਸਤਰ ਪਾਉਂਦੇ ਆ ਐਨ ਲਿਸ਼ਕਦੇ ਹੋਏ, ਪ੍ਰੈਸ ਕੀਤੇ ਹੋਏ, ਚਮਕਦੇ ਹੋਏ, ਕੋਈ ਦਾਗ ਨਾ ਹੋਵੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਸਤਰ ਇਹ ਸਾਡੇ ਸਾਰਿਆਂ ਵਾਸਤੇ ਸਿੱਖਿਆ ਹੈ। ਜਿਹੜੀ ਸੰਗਤ ਆਪਣੇ ਆਪਣੇ ਘਰਾਂ ਦੇ ਵਿੱਚ ਸੇਵਾ ਕਰਦੀ ਹੈ, ਬਹੁਤ ਦਿੱਲੀ ਦੇ ਵਿੱਚ ਮਹਾਰਾਜ ਦੀ ਮਿਹਰ ਹੈ, ਬਹੁਤ ਪਰਿਵਾਰਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ। ਗੁਰੂ ਘਰਾਂ ਦੇ ਵਜ਼ੀਰ, ਗੁਰੂ ਘਰਾਂ ਦੇ ਸੇਵਾਦਾਰ, ਗ੍ਰੰਥੀ ਸਾਹਿਬਾਨ ਤੇ ਇਹਨਾਂ ਗੱਲਾਂ ਦਾ ਬਹੁਤ ਖਿਆਲ ਰੱਖਦੇ, ਕਰਕੇ ਉਹਨਾਂ ਨੂੰ ਦੁਨੀਆ ਦੇਖ ਰਹੀ ਹੈ। ਅੱਜ ਕੱਲ੍ਹ ਤੇ ਟੀਵੀ ਦੇ ਵਿੱਚ ਤੇ ਸਭ ਕੁਝ ਹੀ ਰਿਕਾਰਡ ਹੋ ਰਿਹਾ ਹੈ, ਤੇ ਉਹਨਾਂ ਨੂੰ ਤੇ ਸਿਖਲਾਈ ਹੀ ਇਹੋ ਜਿਹੀ ਦਿੱਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਦੇ ਵਸਤਰਾਂ ਦੀ ਸੇਵਾ ਕਦੀ ਦੇਖੋਗੇ ਆਪ ਜੀ, ਕੋਈ ਦੇਖੋ ਕਿੰਨਾ ਪਿਆਰ ਨਾਲ ਰੁਮਾਲਾ ਸਾਹਿਬ, ਇੱਕ ਵੀ ਸਿਲਵਟ ਕੁਛ ਵੀ ਨਹੀਂ। ਜਦੋਂ ਅਸੀਂ ਦਰਬਾਰ ਸਾਹਿਬ ਵੀ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਕਰਦੇ ਹਾਂ, ਕੱਲਾ ਕੱਲਾ ਰੁਮਾਲਾ ਸਾਹਿਬ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਬੇਤਾਜ ਬਾਦਸ਼ਾਹਾਂ ਵਾਂਗੂ, ਕਿੰਗ ਆਫ ਦ ਕਿੰਗਸ ਵਾਂਗੂ ਮਹਾਰਾਜ ਦੀ ਸੇਵਾ ਹੁੰਦੀ ਹੈ। ਜਿਹੜੇ ਆਪਾਂ ਗ੍ਰਸਤੀ ਲੋਕ ਹੈਗੇ ਆ, ਸਾਡੇ ਵਾਸਤੇ ਸਿੱਖਿਆ ਹੈਗੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਤਿਕਾਰ ਸੇਵਾ ਬਿਲਕੁਲ ਵੀ ਨਹੀਂ ਭੁੱਲਣੀ। ਕਿਉਂ? ਗੋਬਿੰਦ ਮਨਹੁ ਵਿਸਾਰੀ, ਗੋਬਿੰਦ ਨੂੰ ਮਨਹੁ ਨਹੀਂ ਵਿਸਾਰਨਾ। ਜਿਸ ਸਿਮਰਤ ਦੁਖ ਜਾਏ, ਜਿਸ ਲੜ ਲੱਗਿਆ ਜੀਵੀਐ, ਭਵ ਜਲ ਪਈਐ ਪਾਰ। ਜਿਨ੍ਹਾਂ ਦੇ ਲੜ ਲੱਗ ਕੇ, ਜਿਨ੍ਹਾਂ ਦੇ ਲੜ ਲੱਗ ਕੇ ਜੀਵਨ ਬਤੀਤ ਮਿਲਦਾ ਹੈ, ਜੀਵਨ ਮਿਲਦਾ ਹੈ। ਸਾਰੇ ਜਿਹੜੇ ਟੁੱਟੇ ਹੋਏ ਨੇ ਗੁਰੂ ਤੋਂ, ਨਿਗੁਰੇ ਕਾ ਹੈ ਨਾਉ ਬੁਰਾ। ਜਿਹੜਾ ਗੁਰੂ ਤੋਂ ਬਿਨਾਂ ਹੈ ਸਾਧ ਸੰਗਤ ਜੀ, ਉਹਦਾ ਤੇ ਨਾਂ ਵੀ ਬੁਰਾ ਹੈਗਾ। ਸੋਚ ਕੇ ਦੇਖੇਂਗੇ ਕਿੱਥੇ ਸਾਡੇ ਵਿੱਚ ਆ ਕੇ ਬਹਿ ਗਿਆ ਤੇ ਸਾਡੇ ਉੱਪਰ ਕਿੰਨਾ ਉਹਦਾ ਨੈਗੇਟਿਵ ਇਨਫਲੂਐਂਸ ਹੋਏਗਾ। ਅਕਸਰ ਦੇਖਦੇ ਆ ਨਾ, ਤਰਕ ਵਿਤਰਕ ਕਰਨ ਵਾਲੇ ਘੰਟੋਂ ਘੰਟੋਂ ਬਹਿਸ ਕਰਦੀ ਜਾਣਗੇ, ਕਰੀ ਜਾਣਗੇ, ਕਦੀ YouTube ਤੇ ਕਦੀ ਕਿੱਥੇ, ਪਰ ਜਿਹਨਾਂ ਨੂੰ ਕਹਿ ਦੋ ਆਓ ਭਾਈ ਚੌਂਕੜਾ ਮਾਰ ਕੇ ਵਾਹਿਗੁਰੂ 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 ਦਾ ਜਾਪ ਕਰੀਏ, ਤੇ ਦੌੜ ਜਾਣਗੇ। ਕਿਉਂ? ਆਖਣ ਔਖਾ ਸਾਚਾ ਨਾਉ। ਜਿਹਦੇ ਕਰਕੇ ਭਵਜਲ ਤੋਂ ਪਾਰ ਲੰਘਣਾ ਸੀਗਾ, ਜਿਹਦੇ ਕਰਕੇ ਸੜਦੇ ਬਲਦੇ ਇਸ ਸੰਸਾਰ ਦੇ ਵਿੱਚ ਮਾਇਆ ਤੋਂ ਨਿਰਲੇਪ ਹੋ ਕੇ ਰਹਿਣਾ ਸੀਗਾ। ਕੋਠੀਆਂ ਦੀ ਕੋਠੀਆਂ ਬਣੀਆਂ, ਗੱਡੀਆਂ ਦੀ ਗੱਡੀਆਂ ਬਣੀਆਂ, ਫਿਰ ਵੀ ਜੋੜੇ ਘਰ ਦੇ ਵਿੱਚ ਸੇਵਾ ਹੋ ਰਹੀ ਹੈ, ਫਿਰ ਵੀ ਪੋਚਾ ਲਗਾਇਆ ਜਾ ਰਿਹਾ, ਫਿਰ ਵੀ ਗੁਰੂ ਮਹਾਰਾਜ ਦੇ ਸੁਖਾਸਨ ਤੇ ਆ ਕੇ ਰਾਤ ਨੂੰ ਹਾਜ਼ਰੀਆਂ ਭਰੀਆਂ ਜਾ ਰਹੀਆਂ। ਇਹ ਹੈ ਸਿੱਖੀ ਦੀ ਨਿਸ਼ਾਨੀ। ਗੁਰੂ ਮਹਾਰਾਜ ਦੇ ਘਰ ਮਾਇਆ ਦੀ, ਪਦਾਰਥਾਂ ਦੀ ਕੋਈ ਕਮੀ ਨਹੀਂ ਹੈਗੀ ਸਾਧ ਸੰਗਤ ਜੀ। ਕਮੀ ਹੈਗੀ ਸਾਡੇ ਮੰਗਣ ਦੀ। ਦਿੰਦਾ ਦੇ ਲੈਂਦੇ ਥੱਕ ਪਾ ਹੈ। ਮੰਗਣਾ ਕੀ ਹੈ, ਕਦੋਂ ਹੈ, ਕਿਸ ਤਰ੍ਹਾਂ ਹੈ। ਉਹ ਤੇ ਝੋਲੀਆਂ ਫੈਲਾ ਕੇ ਬੈਠੇ ਹੋਏ ਨੇ, ਆਓ ਸਿੱਖ ਸੰਗਤੋਂ ਆ ਕੇ ਲਈ ਜਾਓ, ਲੁੱਟੀ ਜਾਓ, ਲੁੱਟੀ ਜਾਓ। ਤੇ ਜਿਹਦੇ ਲੜ ਲੱਗ ਕੇ ਅਸੀਂ ਭਵਜਲ ਤੋਂ ਪਾਰ ਲੰਘਣਾ ਸੀਗਾ, ਅਸੀਂ ਉਹਨੂੰ ਕਦੀ ਵੀ ਨਹੀਂ ਵਿਸਾਰਨਾ। ਅਕਸਰ ਦੁਨੀਆ ਵਿੱਚ ਵਿਚਰਦੇ ਹੋਏ ਬਹੁਤ ਸਮੇਂ ਇਹੋ ਜਿਹੇ ਆਉਂਦੇ ਨੇ ਜਦੋਂ ਮਨ ਟੁੱਟਦਾ ਹੈ, ਜਦੋਂ ਧੋਖਾ ਮਿਲਦਾ ਹੈ, ਜਦੋਂ ਪਿੱਠ ਪਿੱਛੇ ਛੁਰਾ ਭੌਂਕਿਆ ਜਾਂਦਾ ਆ, ਜਦੋਂ ਆਪਣੇ ਹੀ ਨਿੰਦਿਆ ਚੁਗਲੀ ਕਰਦੇ ਨੇ, ਜਦੋਂ ਆਪਣੇ ਹੀ ਲੱਤਾਂ ਵੱਢਦੇ ਨੇ, ਜਦੋਂ ਆਪਣੇ ਹੀ ਸਾਨੂੰ ਥੱਲੇ ਟੇਕਦੇ ਨੇ, ਲੇਕਿਨ ਅਸੀਂ ਡਿੱਗਣਾ ਨਹੀਂ, ਅਸੀਂ ਡੋਲਣਾ ਨਹੀਂ ਹੈ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਪਣਾ ਹੱਥ ਦਿਓ ਮਹਾਰਾਜ, ਸਾਨੂੰ ਡੋਲਣ ਤੋਂ ਬਚਾ ਲਓ। ਉਸ ਸਮੇਂ ਸਾਧ ਸੰਗਤ ਜੀ ਕਿਣਕਾ ਮਾਤਰ ਵੀ ਗੁਰੂ ਦਾ ਭਰੋਸਾ ਆ ਗਿਆ ਨਾ ਸਾਹਮਣੇ ਅੱਖਾਂ ਦੇ, ਤੇ ਇਨਸਾਨ ਬਚ ਜਾਂਦਾ। ਨਹੀਂ ਤੇ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਹੀ ਦੇਖ ਲਓ, ਨਿਤ ਨਵੇਂ ਦਿਨ ਸੁਸਾਈਡ ਤੇ ਆਤਮ ਹੱਤਿਆ ਤੇ ਖੁਦਕੁਸ਼ੀਆਂ ਹੋ ਰਹੀਆਂ, ਜਿਹੜੇ ਆਪਣੇ ਮਨੋਬਲ ਤੋਂ ਟਿਕ ਜਾਂਦੇ। ਮਹਾਰਾਜ ਕੀ ਕਹਿੰਦੇ ਨੇ? ਆਤਮ ਘਾਤੀ ਮਹਾ ਕਸਾਈ। ਇੱਕ ਤੇ ਹੁੰਦਾ ਕਸਾਈ,
ਮਹਾਰਾਜ ਕਹਿੰਦੇ ਮਹਾਕਸਾਈ, ਆਤਮ ਹੱਤਿਆ ਕਰਨ ਵਾਲਾ ਮਹਾਕਸਾਈ। ਸੋ ਅਸੀਂ ਦੋਲਣਾ ਨਹੀਂ, ਸਮਾਂ ਆਉਂਦਾ, ਪਰਚੇ ਪੈਂਦੇ ਨੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਹੋਏਗਾ, ਕੁਦਰਤ ਹੈ। ਕੋਈ ਇੱਕ ਇਨਸਾਨ ਹੱਥ ਖੜਾ ਕਰਕੇ ਕਹਿ ਦੇਵੇ ਮੈਨੂੰ ਕਦੀ ਦੁੱਖ ਆਇਆ ਹੀ ਨਹੀਂ ਜ਼ਿੰਦਗੀ ਦੇ ਵਿੱਚ, ਤੇ ਮਹਾਰਾਜ ਦੀ ਬੜੀ ਬੇਅੰਤ ਕਿਰਪਾ ਹੋਏਗੀ। ਉਹ ਉਹਨਾਂ ਵਿੱਚੋਂ ਹੋਣਗੇ ਜਿਨ੍ਹਾਂ ਬਾਰੇ ਗੁਰੂ ਤੇਗ ਬਹਾਦਰ ਮਹਾਰਾਜ ਬਿਆਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਉਹ ਅਵਸਥਾ ਦੇ ਮਾਲਿਕ ਹੋਣਗੇ। ਕੋਟਨ ਮੈਂ ਕੋ ਨਾਰਾਇਣ ਜਹ ਚੀਤ, ਉਹ ਕਰੋੜਾਂ ਵਿੱਚੋਂ ਇੱਕ ਹੋਣਗੇ ਜਿਨ੍ਹਾਂ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ। ਅਸੀਂ ਸਾਰੇ ਗ੍ਰਸਤੀ, ਸਾਨੂੰ ਦੁੱਖਾਂ ਦੀ ਗਿਣਤੀ ਜ਼ਿਆਦਾ ਲੱਗਦੀ ਹੈ, ਸੁੱਖ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਸਾਡੀਆਂ ਅੱਖਾਂ ਦੁੱਖ ਦੇਖਣ ਦੇ ਆਦੀ ਹੋ ਗਈਆਂ, ਕਰਕੇ ਸਾਰਾ ਦਿਨ ਅਸੀਂ ਲੋਕਾਂ ਦਾ ਗੰਦ ਫਰੋਲਦੇ ਰਹਿੰਦੇ ਹਾਂ। ਉਹਨੇ ਕਿਹੜਾ ਸੂਟ ਪਾਇਆ, ਉਹਦੇ ਕੋਲ ਕਿਹੜੀ ਗੱਡੀ ਆ, ਉਹਦਾ ਕੀ ਹੋ ਗਿਆ, ਉਹਦਾ ਬੱਚਾ ਬਾਹਰ ਚਲਾ ਗਿਆ, ਮੇਰਾ ਰਹਿ ਗਿਆ। ਦੂਸਰਿਆਂ ਦੀ ਚੀਜ਼ਾਂ ਵਿਚਾਰਦੇ ਜ਼ਿੰਦਗੀ ਲੰਘਾ ਦਿੰਦੇ ਆ, ਆਪਣਾ ਵਿਚਾਰਨ ਦਾ ਮੌਕਾ ਹੀ ਨਹੀਂ ਮਿਲਦਾ ਆ। ਅੱਖਾਂ ਵੀ ਮੈਲੀਆਂ, ਮਨ ਵੀ ਮੈਲਾ, ਫਿਰ ਮੈਲ ਹੀ ਮੈਲ ਬਾਹਰ ਨਿਕਲ ਕੇ ਆਣੀ। ਮੈਲ ਤੇ ਆਪਣੀ ਬਾਹਰ ਕੱਢ ਕੇ ਗੁਰੂ ਦੇ ਚਰਨਾਂ ਦੇ ਵਿੱਚ ਰੱਖਣੀ ਸੀਗੀ, ਅਸੀਂ ਤੇ ਲੋਕਾਂ ਦੀ ਵੀ ਮੈਲ ਕੱਢ ਕੇ ਵਿੱਚੇ ਭਰ ਲਈ। ਪਰ ਮਹਾਰਾਜ ਕਹਿ ਰਹੇ ਆ ਕਿ ਜਿਹੜੇ ਗੁਰੂ ਨੇ ਭਉਜਲ ਤੋਂ ਪਾਰ ਲੰਘਾਣਾ ਆ, ਉਹਨੂੰ ਬਿਲਕੁਲ ਵੀ ਨਹੀਂ ਭੁੱਲਣਾ। ਬਿਲਕੁਲ ਮਨ ਅੱਕਿਆ ਵੀ ਹੋਵੇ, ਸਾਬੇ ਕਹਿੰਦਾ ਵੱਧ ਤੋਂ ਵੱਧ ਦੁੱਖ ਆ ਗਿਆ ਹੋਵੇ, ਵੱਧ ਤੋਂ ਵੱਧ ਦੁੱਖ ਹੀ ਆਏਗਾ, ਸਾਰਾ ਪਰਿਵਾਰ ਚਲਾ ਗਿਆ, ਐਕਸੀਡੈਂਟ ਹੋ ਗਿਆ, ਕੁਝ ਹੋਰ ਹੋ ਗਿਆ, ਜੋ ਮਰਜ਼ੀ ਹੋਵੇ, ਮਹਾਰਾਜ ਵੱਡੀ ਤੋਂ ਵੱਡੀ ਕੀ ਚੀਜ਼ ਲੈ ਲੈਣ, ਗੱਡੀਆਂ ਰਾਖ ਹੋ ਜਾਣ, ਫੈਕਟਰੀਆਂ ਦੀ ਫੈਕਟਰੀਆਂ ਜਲ ਕੇ ਸੜ ਜਾਣ, ਫੇਰ ਵੀ ਗੁਰੂ ਨੂੰ ਨਹੀਂ ਭੁੱਲਣਾ, ਫੇਰ ਵੀ ਗੁਰੂ ਨੂੰ ਨਹੀਂ ਭੁੱਲਣਾ। ਕਰਕੇ ਉਹ ਗੁਰੂ ਨੇ ਜੋ ਕੀਤਾ ਹੈ ਉਹਨੂੰ ਪਤਾ ਹੈ, ਉਹ ਜਾਣਦਾ। ਇੱਕ ਭਰੋਸਾ ਸਿੱਖ ਨੇ ਰੱਖਣਾ ਆ ਕਿ ਗੁਰੂ ਸਾਹਿਬ ਆਪ ਜੀ ਨੇ ਬਾਹ ਫੜੀ ਹੈ, ਜਿੱਥੇ ਲੈ ਕੇ ਜਾਓ ਤੇਰਾ ਕੀਆ ਮੀਠਾ ਲਾਗੇ, ਜੋ ਕਰਵਾਣਾ ਕਰਵਾਓ, ਜਿੱਥੇ ਕਰਵਾਣਾ ਕਰਵਾਓ। ਸਾਧ ਸੰਗਤ ਜੀ ਵੱਧ ਤੋਂ ਵੱਧ ਕੀ ਹੋਏਗਾ, ਸਿਰ ਕੱਟਿਆ ਜਾਏਗਾ, ਮੌਤ ਆ ਜਾਏਗੀ, ਆਉਣੀ ਹੋਈ ਹੈ ਇੱਕ ਦਿਨ, ਕਿਹਦੇ ਕੋਲ ਰਹਿਣਾ ਆ, ਕੌਣ ਰਿਹਾ ਆ। ਅਸੀਂ ਕਿਸ ਗੱਲ ਤੋਂ ਡਰ ਰਹੇ ਹਾਂ, ਲੋਕਾਚਾਰੀ ਤੋਂ ਡਰ ਜਾਂਦੇ ਆ, ਲੋਕ ਕੀ ਕਹਿਣਗੇ, ਪੈਸਾ ਚਲਾ ਗਿਆ, ਕੁੜੀ ਦਾ ਵਿਆਹ ਇੱਥੇ ਹੋ ਗਿਆ, ਕੁੜੀ ਦਾ ਛੜਾ ਹੋ ਗਿਆ। ਗੁਰਬਾਣੀ ਨਾਲ ਜੁੜੀ ਜਾਓਗੇ, ਸਾਰੇ ਆਨਸਰ ਮਿਲੀ ਜਾਣਗੇ। ਇਹ ਸਾਡੀ ਈਗੋ ਹੈ। ਅੱਜ ਜਿਹੜੇ ਬੱਚਿਆਂ ਦੇ ਡਿਵੋਰਸ ਹੋ ਰਹੇ ਨੇ, ਮਾਫ ਕਰਿਓ, ਇਸ ਕਰਕੇ ਇਹ ਵਿਚਾਰ ਦੱਸ ਰਹੇ ਹਾਂ ਕਿ ਗੁਰੂ ਦੇ ਲੜ ਲੱਗੇ ਰਹਿਣ ਦੇ ਵਿੱਚ ਹੀ ਸਾਡਾ ਕਲਿਆਣ ਹੈ। ਕਿਸੇ ਵੀ ਹਾਲਤ ਵਿੱਚ ਗੁਰੂ ਤੋਂ ਟੁੱਟ ਕੇ ਸਾਡਾ ਕਲਿਆਣ ਨਹੀਂ ਹੋ ਸਕਦਾ। ਗੁਰਬਾਣੀ ਦੇ ਵਿੱਚ ਫੇਰੇ ਲਿਖੇ ਆ, ਉਲਟੇ ਫੇਰੇ ਨਹੀਂ ਲਿਖੇ। ਹੋਰ ਮੱਤਾਂ ਵਿੱਚ ਹੋਏਗਾ ਤਲਾਕ, ਇਸ ਧਰਮ ਦੇ ਵਿੱਚ ਤਲਾਕ ਨਹੀਂ ਹੈਗਾ। ਸਾਨੂੰ ਆਪਣੇ ਹੰਕਾਰ ਨੂੰ ਮਾਰਨਾ ਆ ਕਿ ਮੇਰੀ ਸੱਸ ਮੈਨੂੰ ਨਹੀਂ ਪੁੱਛਦੀ, ਮੇਰਾ ਹਸਬੈਂਡ ਮੇਰੇ ਨਾਲ ਗੱਲ ਠੀਕ ਨਹੀਂ ਕਰਦਾ। ਕੋਈ ਨਹੀਂ ਧੀਏ, ਬੀਬੀ ਰਜਨੀ ਦੇ ਵੀ ਕਰਮ ਸੀਗੇ, ਉਹਨੇ ਗੁਰੂ ਅਰਜਨ ਦੇਵ ਜੀ ਤੇ ਭਰੋਸਾ ਕੀਤਾ। ਲੂਲਾ, ਲੰਗੜਾ, ਬੋਲਾ, ਬਹਿਰਾ, ਕਾੜੀ, ਕੋੜੀ ਹਸਬੈਂਡ ਦਿੱਤਾ ਉਹਨੂੰ ਉਹਦੇ ਪਿਓ ਨੇ, ਲੇਕਿਨ ਫਿਰ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਇਹ ਸਾਡੇ ਆਪਣੇ ਕਰਮ ਨੇ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣੇ ਆ। ਸਾਡੇ ਆਪਣੇ ਕਰਮ ਨੇ, ਲੈਟਸ ਐਕਸੈਪਟ ਇਟ। ਸਾਨੂੰ ਐਕਸੈਪਟ ਕਰਨਾ, ਸਾਨੂੰ ਮੰਨਣਾ ਆ ਕਿ ਇਹ ਸਾਡੀਆਂ ਆਪਣੀਆਂ ਗਲਤੀਆਂ, ਭਾਵੇਂ ਇਸ ਜਨਮ ਦੀਆਂ, ਭਾਵੇਂ ਪਿਛਲੇ ਜਨਮ ਦੀਆਂ, ਭਾਵੇਂ ਹੋਰ ਜਨਮ ਦੀਆਂ, ਉਹ ਸਾਨੂੰ ਭੁਗਤਣੀਆਂ ਪੈਣੀਆਂ। ਔਰ ਕਿਸ ਗੱਲ ਦੀ ਗਾਰੰਟੀ ਹੈ ਕਿ ਜੇ ਡਿਵੋਰਸ ਹੋ ਗਏ ਤੇ ਕੁੜੀ ਉਸ ਤੋਂ ਬਾਅਦ ਵੀ ਖੁਸ਼ ਰਹੇਗੀ? ਕਿਹੜਾ ਪਿਓ ਛਾਤੀ ਤੇ ਹੱਥ ਰੱਖ ਕੇ ਕਹਿ ਸਕਦਾ ਆ ਕਿ ਹਾਂ ਮੇਰੀ ਕੁੜੀ ਦੂਸਰੀ ਵਾਰ ਖੁਸ਼ ਹੈ? ਕੌਣ ਕਹਿ ਸਕਦਾ? ਜਾਂ ਮੇਰਾ ਪੁੱਤਰ ਦੂਸਰੀ ਵਾਰ ਖੁਸ਼ ਹੈ? ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ ਰਹਿਣ ਦੇ ਨਾਲ ਖੁਸ਼ੀ ਹੈ। ਸਾਧ ਸੰਗਤ ਜੀ, ਹੋਰ ਕਿਥੇ ਖੁਸ਼ੀ ਨਹੀਂ ਮਿਲਣੀ। ਮਿਲ ਸਾਧੂ ਸੰਗ ਉਧਾਰ ਹੋਏ, ਮੁਖ ਉਜਲ ਦਰਬਾਰ। ਇਹ ਮਹਾਰਾਜ ਇੱਕ ਬੜਾ ਵਧੀਆ ਹਿੰਟ, ਨੁਸਖਾ ਦੇ ਰਹੇ ਨੇ ਕਿ ਮਿਲ ਸਾਧੂ ਸੰਗ ਉਧਾਰ ਹੋਏ। ਜੇ ਜੀਵਨ ਦਾ ਉਧਾਰ ਹੋਣਾ ਆ ਤੇ ਕਿਸੇ ਸਾਧੂ ਮਹਾਤਮਾ ਦੀ ਸੰਗਤ ਹੋਣੀ ਸ਼ੁਰੂ ਹੋ ਜਾਵੇ, ਜਿਸ ਤਰ੍ਹਾਂ ਗਨਕਾ ਪਾਪਨ ਨੂੰ ਹੋਈ ਸੀਗੀ। ਸਾਨੂੰ ਸਾਰਿਆਂ ਨੂੰ ਰੀਅਲਾਈਜੇਸ਼ਨ ਹੈਗੀ ਸਾਧ ਸੰਗਤ ਜੀ, ਇੱਥੇ ਬੀਬੀਆਂ ਵੀ ਬੈਠੀਆਂ, ਸਾਡੇ ਭਰਾ ਵੀ ਬੈਠੇ ਨੇ, ਸਾਡੇ ਸਨਮਾਨਯੋਗ ਹਰਗ੍ਰੰਥੀ ਸਾਹਿਬ ਵੀ ਬੈਠੇ ਨੇ। ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੈਗੀ ਕਿ ਅਸੀਂ ਵੇਸ਼ਵਾ ਪੁਣੇ ਤੋਂ ਕਿੰਨੀ ਨਫ਼ਰਤ ਕਰਦੇ ਹਾਂ, ਕਿੰਨੀ ਗਲਤ ਅੱਖਾਂ ਨਾਲ ਦੇਖਦੇ ਹਾਂ। ਅਰੇ ਉਹ ਬੀਬੀ ਬੜੀ ਗਲਤ ਹੈ। ਪਰ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਜੀ 18 ਵਾਰ ਲਗਭਗ ਨਾਮ ਆਇਆ ਗਨਕਾ ਪਾਪਨ। ਪਰ ਬਖਸ਼ ਲਿਓ ਜੇ ਗਿਣਤੀ ਗਲਤ ਹੋ ਗਈ ਹੋਵੇ ਤੇ
ਅਸੀਂ ਵੇਸ਼ਵਾ ਨੂੰ ਮੱਥਾ ਟੇਕ ਰਹੇ ਹਾਂ। ਨਾਮ ਹੈਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਦਿਸ ਇਜ਼ ਦਾ ਬਿਊਟੀ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿ ਜਿਹਨੂੰ ਸਾਡੀ ਸਾਰੀ ਦੁਨੀਆ ਨਫ਼ਰਤ ਦੀ ਅੱਖਾਂ ਨਾਲ ਦੇਖਦੀ ਹੈ, ਮਹਾਰਾਜ ਨੇ ਉਹਨੂੰ ਵੀ ਸਿੰਘਾਸਨ ਤੇ ਬਿਠਾ ਨੀਚੋ ਊਚ ਕਰੈ ਮੇਰਾ ਗੋਬਿੰਦ। ਗਨਕਾ ਪਾਪਨ ਵੀ ਤਰ ਗਈ ਸਾਧੂ ਦੀ ਸੰਗਤ ਨਾਲ। ਮਹਾਪੁਰਸ਼ਾਂ ਨੇ ਤੋਤਾ ਦਿੱਤਾ, ਤੋਤੇ ਦਾ ਨਾਮ ਨਾਰਾਇਣ ਬਖਸ਼ਿਆ, ਕਿਹਾ ਬਸ ਤੋਤੇ ਨੂੰ ਪਿਆਰ ਕਰ, ਤੋਤੇ ਦੀ ਸੇਵਾ ਕਰ, ਤੇਰਾ ਉਧਾਰ। ਔਰ ਇਹੋ ਜਿਹਾ ਉਧਾਰ ਕੀਤਾ ਕਿ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਥਾਂ ਬਖਸ਼ ਦਿੱਤੀ। ਇਹ ਮਹਾਰਾਜ ਇੱਕ ਹਿੰਟ ਦੇ ਰਹੇ ਨੇ ਕਿ ਸਾਧੂ ਸੰਗ ਤਰੀਜੈ ਸਾਗਰ, ਕੱਟੀਐ ਜਮ ਕੀ ਫਾਸਾ ਜੀ। ਜਮਾਂ ਦੀ ਫਾਹੀ ਵੀ ਕੱਟ ਦਿੰਦੀ ਹੈ ਸੰਤਾਂ ਮਹਾਪੁਰਸ਼ਾਂ ਦੀ ਸੰਗਤ। ਮੁਖ ਉਜਲ ਦਰਬਾਰ, ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਮੁਖ ਉਜਲਾ ਹੁੰਦਾ ਹੈ। ਫਿਰ ਇਹ ਜਿਹੜੀ ਦਾੜੀਆਂ ਆ ਨਾ, ਇਹ ਬੇਦਾਗੀਆਂ ਜਾਂਦੀਆਂ ਨੇ। ਇਹ ਦਾਗ ਲੈ ਕੇ ਨਹੀਂ, ਬੇਦਾਗ ਦਾੜੀਆਂ ਜਾਂਦੀਆਂ ਸੱਚਖੰਡ ਦੇ ਵਿੱਚ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਜਦੋਂ ਬੰਦਾ ਪਾਪ ਕਰਦਾ, ਇੱਥੋਂ ਤੱਕ ਤੁਰ ਕੇ ਆਉਣਾ ਵੀ ਔਖਾ ਹੁੰਦਾ ਹੈ ਕਿ ਕਿਤੇ ਸਾਨੂੰ ਕੁਝ ਝਿੜਕਣਾ ਹੋਵੇ, ਕਿਤੇ ਗੁਰੂ ਮਹਾਰਾਜ ਸ਼ਬਦ ਵੀ ਕੁਝ ਕਹਿ ਨਾ ਦੇਣ, ਕਿਤੇ ਗ੍ਰੰਥੀ ਸਿੰਘਾਂ ਨੂੰ ਪਤਾ ਨਾ ਹੋਵੇ ਕਿ ਕੀ ਗੱਲ ਹੋ ਰਹੀ ਹੈ, ਮੈਂ ਪਾਪ ਕਰਕੇ ਆਇਆ ਹੁਣੇ। ਜੀਵਨ ਰੂਪ ਗੋਪਾਲ ਜਸ, ਸੰਤ ਜਨਾ ਕੀ ਰਾਸ। ਗੁਰੂ ਮਹਾਰਾਜ ਅਖੀਰਲੀਆਂ ਪੰਕਤੀਆਂ ਦੇ ਵਿੱਚ ਬਿਆਨ ਕਰ ਰਹੇ ਨੇ ਕਿ ਸੰਤਾਂ ਮਹਾਪੁਰਸ਼ਾਂ ਦਾ, ਜੁੜਿਆਂ ਹੋਇਆਂ ਦਾ, ਗੁਰਮੁਖ ਰੂਹਾਂ ਦਾ, ਰੰਗੀਆਂ ਰਤੀਆਂ ਰੂਹਾਂ ਦਾ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚਲੇ, ਉਹਨਾਂ ਦਾ ਜੀਵਨ 24 ਘੰਟੇ ਗੋਪਾਲ ਦਾ ਰੂਪ ਬਣ ਚੁੱਕਾ ਹੈ। ਜੀਵਨ ਰੂਪ ਗੋਪਾਲ, ਗੋ ਧਰਤੀ, ਪਾਲ ਪਾਲਣਾ ਕਰਨ ਵਾਲਾ, ਉਸ ਗੋਪਾਲ ਦਾ ਰੂਪ ਬਣ ਚੁੱਕਾ ਹੈ। ਉਹਨਾਂ ਦੀ ਰਾਸ ਕੀਤੀ ਕਰਨੀ ਸੰਤਾਂ ਵਰਗੀ ਹੋ ਜਾਂਦੀ ਹੈ। ਸੰਤ ਦਾ ਸਿੰਪਲ ਜਿਹਾ ਅਰਥ ਸਾਧ ਸੰਗਤ ਦੀ ਸੁਤੰਤਰ, ਜੋ ਕਿਸੇ ਬੰਧਨ ਵਿੱਚ ਬੰਧਿਆ ਨਹੀਂ ਹੋਇਆ। ਸੰਤ ਕਿਸੇ ਚੋਲੇ ਦਾ, ਕਿਸੇ ਵੱਡੀ ਵੱਡੀ ਦਸਤਾਰਾਂ ਦਾ, ਕਿਸੇ ਵੱਡੀ ਵੱਡੀ ਗੱਡੀਆਂ ਦਾ, ਵੱਡੇ ਵੱਡੇ ਕਾਫਲੇ ਦਾ ਨਾਮ ਨਹੀਂ ਹੈ। ਸਾਦਗੀ ਦਾ ਨਾਮ ਹੈ। ਸਾਧੂ ਸਵਾਦੂ ਨਹੀਂ ਹੁੰਦਾ। ਉਹਨੇ ਉਹ 버ਗਰ ਪੀਜੇ ਤੇ ਕੋਲਡ ਡਰਿੰਕਾਂ ਪੀ ਪੀ ਕੇ ਆਪਣੇ ਜੀਵਨ ਨੂੰ ਨਹੀਂ ਸਾੜਨਾ। ਉਹਨੇ ਤੇ ਸਾਧਨਾ ਕਰਨੀ ਹੈ। ਅਲਪ ਆਹਾਰ, ਸੁਲਭ ਸੀ ਨਿੰਦਰਾ, ਘੱਟ ਖਾਣਾ, ਘੱਟ ਸੌਣਾ, ਪਰਮੇਸ਼ਵਰ ਦੀ ਯਾਦ ਵਿੱਚ ਰਹਿਣਾ। ਭਾਵੇਂ ਉਹ ਯਾਦ ਸੇਵਾ ਕਰਕੇ ਹੋਵੇ ਪੂਰੀ, ਭਾਵੇਂ ਉਹ ਯਾਦ ਵਾਹਿਗੁਰੂ 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 ਦਾ ਨਾਮ ਜਪ ਕੇ। ਤਾਂ ਹੀ ਜਦੋਂ ਇਨਸਾਨ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਾਉਂਦਾ ਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਦੇ ਨੇ, ਸ਼ਾਂਤੀ ਮਿਲਦੀ ਹੈ। ਉਹਨਾਂ ਦੀ ਸੰਗਤ ਕਰਨ ਦਾ ਜੀ ਕਰਦਾ ਆ, ਕਰਕੇ ਮਨ ਟੁੱਟਿਆ, ਅੰਦਰੋਂ ਟੁੱਟੇ ਹੋਏ ਮਨ ਨੂੰ ਫੈਵੀਕੋਲ ਦਾ ਜੋੜ ਮਿਲ ਜਾਂਦਾ ਹੈ। ਅੰਦਰੋਂ ਟੁੱਟੇ ਹੋਏ ਮਨ ਨੂੰ ਕਿਤੇ ਕੋਈ ਨਵੀਂ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ। ਕਿਉਂ? ਸੰਗਤ ਜਿੰਨੀ ਵੀ ਇੱਥੇ ਸਜੀ ਹੋਈ ਹੈ, ਹੋਰ ਵੀ ਹੈਡ ਗ੍ਰੰਥੀ ਸਾਹਿਬਾਨਾ ਜੀ ਨੂੰ, ਗ੍ਰੰਥੀ ਸਾਹਿਬਾਨਾ ਜੀ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਅਰਦਾਸ ਕਰਨ ਵਾਸਤੇ, ਪਾਠ ਕਰਨ ਵਾਸਤੇ ਸੱਦਦੇ ਨੇ, ਕਰਕੇ ਪਤਾ ਇਹਨਾਂ ਕੋਲ ਖਜ਼ਾਨਾ ਹੈਗਾ, ਇਹਨਾਂ ਨੇ ਜੋੜ ਦੇਣਾ। ਇਹਨਾਂ ਕੋਲ ਪੰਪ ਹੈਗਾ, ਜੋ ਜਿਹੜੇ ਟਾਇਰ ਦੇ ਵਿੱਚ ਹਵਾ ਨਹੀਂ ਹੈਗੀ, ਉਹਦੇ ਵਿੱਚ ਵੀ ਇਹਨਾਂ ਨੇ ਹਵਾ ਭਰ ਦੇਣੀ। ਇਹਨਾਂ ਦੀ ਡਿਊਟੀਆਂ ਲੱਗੀਆਂ ਧੁਰੋਂ। ਨਾਨਕ ਉਬਰੇ ਨਾਮ ਜਪ, ਦਰ ਸੱਚੈ ਸਾਬਾਸ। ਗੁਰੂ ਮਹਾਰਾਜ ਕਹਿੰਦੇ ਆ ਕਿ ਸੰਗਤ ਕਰਕੇ, ਇਹੋ ਜਿਹੇ ਸਾਧੂ ਜਨਾਂ ਦੀ, ਸਤਪੁਰਸ਼ਾਂ ਦੀ, ਹਰੀ ਦਾ ਨਾਮ ਜਪ ਜਪ ਕੇ, ਨਾਨਕ ਉਬਰੇ ਨਾਮ ਜਪ, ਜਿਹੜਾ ਇਨਸਾਨ ਦਾ ਪਰਮੇਸ਼ਵਰ ਦੇ ਨਾਲ ਜੋ ਮਿਲਾਪ ਹੈ, ਜੋ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੈ, ਉਹ ਸ਼ਾਬਾਸ਼ ਤਰੀਕੇ ਨਾਲ ਹੋ ਜਾਂਦਾ। ਸਤਸੰਗ ਦਰ ਸੱਚੈ ਸ਼ਾਬਾਸ਼, ਸ਼ਾਬਾਸ਼ੀਆਂ ਮਿਲਦੀਆਂ ਨੇ। ਜਦੋਂ ਬਾਬਾ ਦੀਪ ਸਿੰਘ ਜੀ ਗਏ ਹੋਣਗੇ ਸੱਚਖੰਡ ਆਪਣਾ ਸੀਸ ਲੈ ਕੇ ਆਪਣੀ ਤਲੀ ਤੇ, ਉਹਨਾਂ ਨੂੰ ਵਾਕਈ ਸ਼ਾਬਾਸ਼ੀ ਮਿਲੀ ਹੋਏਗੀ। ਅਸੀਂ ਆਪਣੇ ਅੰਦਰ ਝਾਂਤੀ ਮਾਰ ਲਈ, ਸਾਨੂੰ ਸ਼ਾਬਾਸ਼ੀਆਂ ਮਿਲਣਗੀਆਂ। ਬਸ ਇੰਨਾ ਕੁ ਫਰਕ ਹੈ। ਸਾਸਨ ਸਮਾਂ ਸਮਾਪਤ ਹੈ। ਅਸੀਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹਾਂ। ਗ੍ਰੰਥੀ ਸਾਹਿਬਾਨਾਂ ਪਾਸ ਮਹਾਰਾਜ ਦੀ ਸੇਵਾ ਪ੍ਰਵਾਨ ਕਰਨ ਦੇ ਖੇਲਾਂ, ਭੁੱਲਾਂ ਚੁੱਕਾਂ ਦੀ ਗਲਤੀਆਂ ਦੀ ਮਾਫੀ ਦਿਓ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।